ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਨੂੰ ਕੀ ਰੇਤ ਮਾਫੀਆ ਦੇ ਨਾਮਾਂ ਦੀ ਲਿਸਟ ਉੱਪਰ ਇੱਕ ਵਾਰ ਫਿਰ ਤੋਂ ਘਿਰਦੇ ਹੋਏ ਨਜ਼ਰ ਆਏ ਨੇ। ਹੁਣ ਉਹਨਾਂ ਦੇ ਬਹੁਤ ਕਰੀਬੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਡਿਪਟੀ ਸੀਐਮ ਨੇ ਨਿਸ਼ਾਨਾ ਸਾਧਿਆ। ਕੀ ਨਿਸ਼ਾਨਾ ਸਾਧਿਆ ਤੇ ਕਿਸ ਤਰ੍ਹਾਂ ਦੇ ਵੱਡੇ ਵੱਡੇ ਨਾਮਾਂ ਦੇ ਨਾਲ ਉਹਨਾਂ ਨੂੰ ਬੁਲਾਇਆ, ਉਸ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ, ਜਿਨ੍ਹਾਂ ਦੇ ਵੱਲੋਂ ਪੰਜਾਬੀਆਂ ਦੇ ਲਈ, ਪੰਜਾਬ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ। ਕੀ ਹੋਏਗਾ ਇਹ ਤੋਹਫਾ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਪ੍ਰੋਗਰਾਮ 'ਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅਣਖੀ ਸਾਹਿਬ, ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਆਇਆ ਤੇ ਅਸਤੀਫੇ ਦੇ ਵਿੱਚ ਉਹਨਾਂ ਨੇ ਰੀਤ ਮਾਫੀਆ ਨਾਲ ਜੁੜੀਆਂ ਕੁਝ ਗੱਲਾਂ ਨਸ਼ਰ ਕੀਤੀਆਂ ਨੇ, ਉਦੋਂ ਤੋਂ ਹੀ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ। ਇੱਕ ਵਾਰ ਫਿਰ ਤੋਂ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵੱਡਾ ਹਮਲਾ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਲੈ ਕੇ। ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਵੀ ਜੇਕਰ ਉਹਨਾਂ ਨੂੰ ਰੀਤ ਮਾਫੀਆ ਬਾਰੇ ਜੋ ਕਾਂਗਰਸ ਮੰਤਰੀ ਜੋ ਗੱਲ ਕਰ ਰਹੇ ਨੇ ਉਹਨਾਂ ਨੂੰ ਪਤਾ ਸੀ ਤਾਂ ਉਹਨਾਂ ਨੇ ਆਪਣੀ ਸਰਕਾਰ ਦੇ ਵੇਲੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਉਹਨਾਂ ਨੇ ਸਪਸ਼ਟ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਲਾਲਚੀ ਸੀ। ਸੱਤਾ ਦੇ ਲਾਲਚ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ, ਪੰਜਾਬ ਦੇ ਨਾਲ ਧਰੋਹ ਕੀਤਾ। ਸੋ ਕਿਵੇਂ ਦੇਖ ਰਹੇ ਹੋ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਬਿਆਨ ਨੂੰ? ਕਿਉਂਕਿ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਵੀ ਜਦੋਂ 2017 ਦੇ ਵਿੱਚ ਉਹ ਵਜ਼ਾਰਤ ਦੇ ਵਿੱਚ ਆਏ ਸੀ, ਸੀਐਮ ਬਣੇ ਸੀ ਪੰਜਾਬ ਦੇ, ਉਹਨਾਂ ਨੇ ਵੱਡਾ ਐਲਾਨ ਕੀਤਾ ਸੀ ਬਿਜਲੀ ਸਮਝੌਤਾ ਨੂੰ ਲੈ ਕੇ, ਲੇਕਿਨ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਬਿਜਲੀ ਸਮਝੌਤਾ ਰੱਦ ਕਰਕੇ ਪੰਜਾਬ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਤੋਹਫਾ ਨਹੀਂ ਦੇ ਸਕੇ। ਲੇਕਿਨ ਸੀਐਮ ਚੰਨੀ ਜਦੋਂ ਬਣੇ ਨੇਗੇ, ਨਵੀਂ ਵਜ਼ਾਰਤ ਬਣੀ ਆ, ਤਾਂ ਦੋ ਵੱਡੇ ਸਮਝੌਤੇ ਜੋ ਰੱਦ ਕਰ ਦਿੱਤੇ ਗਏ ਨੇ, ਜਿਨ੍ਹਾਂ ਕਾਰਨ ਪੰਜਾਬ ਵਾਸੀਆਂ ਨੂੰ ਥੋੜੀ ਜਿਹੀ ਰਾਹਤ ਮਿਲੇਗੀ ਬਿਜਲੀ ਮੁੱਦੇ ਉੱਪਰ। ਤੇ ਨਾਲ ਉਹਨਾਂ ਨੇ ਕਿਹਾ ਵੀ ਸੀ 3-3 ਰੁਪਏ ਯੂਨਿਟ ਵੀ ਘਟਾਇਆ ਹੈ। ਪਰ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਲਾਲਚ ਦੇ ਵਿੱਚ ਲੋਕਾਂ ਦੇ ਨਾਲ, ਪੰਜਾਬ ਵਾਸੀਆਂ ਦੇ ਨਾਲ ਧਰੋਹ ਕਮਾਉਂਦੇ ਰਹੇ ਨੇ। ਕਿਵੇਂ ਦੇਖ ਰਹੇ ਹੋ ਵੱਡੇ ਬਿਆਨ? ਦੇਖੋ, ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਉਸ ਦਿਨ ਦਾ ਬਿਆਨ ਦਿੱਤਾ, ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਹਮੇਸ਼ਾ ਆਪਣੇ ਵਿਰੋਧੀਆਂ ਤੇ ਉਹਨਾਂ ਆਪਣਿਆਂ ਦੇ ਨਿਸ਼ਾਨੇ ਤੇ ਨੇ ਜਿਹੜੇ ਕਦੇ ਉਹਨਾਂ ਦੇ ਸਾਥੀ ਰਹੇ ਨੇ। ਇੱਕ ਸੁਭਾਵਿਕ ਗੱਲ ਹੈਗੀ ਆ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੁਣ ਬਿਆਨਬਾਜ਼ੀ ਕਰਦੇ ਪਏ ਆ, ਔਰ ਉਸ ਬਿਆਨਬਾਜ਼ੀ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ ਲੈ ਰਹੇ ਨੇ, ਉਹ ਚੀਜ਼ਾਂ ਉਹਨਾਂ ਦੀ ਨਿਗਰਾਨੀ ਦੇ ਵਿੱਚ ਚੱਲਦੀਆਂ ਰਹੀਆਂ ਨੇ। ਜੇਕਰ ਮਾਈਨਿੰਗ ਦਾ ਰੇਟ ਦਾ ਮੁੱਦਾ ਹੋਵੇ, ਉਹ ਵੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ 'ਚ ਮੈਨੂੰ ਪਤਾ ਸੀ। ਦੂਜੇ ਪਾਸੇ ਬਿਜਲੀ ਸਮਝੌਤੇ ਜਿਹੜੇ ਵਾਕਿਆ ਹੀ ਜਿਹੜਾ ਗੋਂਦਵਾਲ ਸਮਝੌਤਾ ਚੰਨੀ ਸਰਕਾਰ ਨੇ ਕਿਸੇ ਵੀ ਸੂਰਤ 'ਚ ਰੱਦ ਕੀਤਾ, ਪਰ ਕੀਤਾ ਤਾਂ ਸਹੀ। ਤਾਂ ਇਹੋ ਹੀ ਜੇਕਰ ਕੈਪਟਨ ਫਿਰ ਅਮਰਿੰਦਰ ਸਿੰਘ ਹੋਣਾ ਨੇ, ਜੋ ਕਿ ਆਪ ਇੱਕ ਉਹਨਾਂ ਦਿਨਾਂ ਵਿੱਚ 2017 ਤੋਂ ਲੈ ਕੇ ਤੇ 2 ਅਕਤੂਬਰ ਤੱਕ ਜਾਂ 3 ਅਕਤੂਬਰ 2021 ਤੱਕ ਪੰਜਾਬ ਦੇ ਉਹ ਮੁੱਖ ਮੰਤਰੀ ਸੀ, ਉਹਨਾਂ ਨੇ ਫਿਰ ਅਜਿਹੀਆਂ ਕਾਰਵਾਈਆਂ ਜਾਂ ਪੰਜਾਬ ਦੇ ਲੋਕਾਂ ਨੂੰ ਅਜਿਹੀ ਰਾਹਤ ਕਿਉਂ ਨਾ ਦਿੱਤੀ? ਇਹ ਸਭ ਤੋਂ ਵੱਡਾ ਪ੍ਰਸ਼ਨ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੇ ਇਹੋ ਉੱਠਦਾ। ਬੇਸ਼ੱਕ ਉਹ ਜਿੰਨਾ ਮਰਜ਼ੀ ਉਹ ਦੂਜੇ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਲਾ ਲੈਣ, ਜਿੰਨਾ ਮਰਜ਼ੀ ਨਵਜੋਤ ਸਿੱਧੂ ਨੂੰ ਘੇਰ ਲੈਣ, ਜਿੰਨਾ ਮਰਜ਼ੀ ਬਾਕੀ ਬੰਦਿਆਂ ਨੂੰ ਘੇਰ ਲੈਣ, ਪਰ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਜਵਾਬ ਉਹਨਾਂ ਨੂੰ ਦੇਣਾ ਪਏਗਾ, ਚਾਹੇ ਉਹ ਲੋਕਾਂ ਨੂੰ ਕਚਹਿਰੀ 'ਚ ਹੋਣ, ਚਾਹੇ ਉਹ ਵਿਰੋਧੀਆਂ ਦੀ ਪਾਰਟੀ ਆਪਣਿਆਂ ਦੇ ਨਿਸ਼ਾਨੇ 'ਤੇ ਹੋਣ ਜਾਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਹੋਣ। ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਉਹ ਕਦੇ ਭੱਜ ਨਹੀਂ ਸਕਦੇ ਕਿ ਕੈਪਟਨ ਅਮਰਿੰਦਰ ਸਿੰਘ ਜੀ, ਜਦੋਂ ਤੁਸੀਂ ਮੁੱਖ ਮੰਤਰੀ ਸੀ ਔਰ ਤੁਹਾਡੀ ਹੀ ਸਰਕਾਰ ਤੇ ਤੁਹਾਡੇ ਹੀ ਮੰਤਰੀ ਇਹੋ ਜਿਹਾ ਕੰਮ ਕਰਦੇ ਪਏ ਸੀ ਜਾਂ ਤੁਹਾਡੇ ਵਿਧਾਇਕ ਅਜਿਹਾ ਕੰਮ ਕਰਦੇ ਪਏ ਸੀ, ਤਾਂ ਫਿਰ ਤੁਸੀਂ ਉਦੋਂ ਕਾਰਵਾਈ ਕਿਉਂ ਨਾ ਕੀਤੀ? ਸਭ ਤੋਂ ਪਹਿਲਾ ਪ੍ਰਸ਼ਨ ਤਾਂ ਇਹੋ ਹੀ ਹੈ। ਤੇ ਜੇ ਤੁਸੀਂ ਕਾਰਵਾਈ ਨਹੀਂ ਕੀਤੀ ਤੇ ਇਸ ਦਾ ਸਾਫ਼ ਔਰ ਸਪਸ਼ਟ ਅਰਥ ਇਹ ਆ ਕਿ ਤੁਸੀਂ ਇਸ ਸਭ ਦੇ ਵਿੱਚ ਇਨਵੋਲਵ ਸੀ, ਤੁਸੀਂ ਖੁਦ ਇਹਦੇ ਵਿੱਚ ਸ਼ਾਮਲ ਸੀ। ਤੇ ਜੇ ਸ਼ਾਮਲ ਸੀ ਤਾਂ ਉਹ ਸ਼ਾਮਲ ਹੋਣ ਦਾ ਕਾਰਨ ਕੀ ਸੀ? ਕੀ ਉਹ ਸ਼ਾਮਲ ਤੁਹਾਨੂੰ ਇਹ ਸੀ ਕਿ ਜੇਕਰ ਮੈਂ ਇਹਨਾਂ ਮੰਤਰੀਆਂ ਦੇ ਖਿਲਾਫ ਜਾਂ ਇਹਨਾਂ ਵਿਧਾਇਕਾਂ ਦੇ ਖਿਲਾਫ ਕੋਈ ਕਾਰਵਾਈ ਕਰਦਾ ਤਾਂ ਇਹ ਲੋਕ ਇਕੱਠੇ ਹੋ ਕੇ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਸਕਦੇ ਆ? ਇੱਕ ਤਾਂ ਕਾਰਨ ਇਹ ਹੋ ਸਕਦਾ। ਦੂਜਾ ਕਾਰਨ ਇਹ ਹੋ ਸਕਦਾ ਕਿ ਉਹਨਾਂ ਵਿਧਾਇਕਾਂ ਜਾਂ ਮੰਤਰੀਆਂ ਪਾਸੋਂ ਕਥਾ ਤੌਰ ਤੇ ਤੁਹਾਨੂੰ ਮਾਇਆ ਦਾ ਇੱਕ ਚੌਥਾ ਹਿੱਸਾ ਜਿਹੜਾ ਉਹ ਮਾਇਆ ਇਕੱਠੀ ਕਰਦੇ ਹੀ, ਤਾਂ ਉਹਦੇ ਵਿੱਚੋਂ ਤੁਹਾਡਾ ਵੀ ਜਿਹੜਾ ਸ਼ੇਅਰ ਆ ਉਹ ਤੁਹਾਡੀ ਕੋਠੀ, ਤੁਹਾਡੇ ਫਾਰਮ ਦੇ ਵਿੱਚ ਪਹੁੰਚ ਜਾਂਦਾ ਹੋਵੇਗਾ। ਜੇ ਇਲਜ਼ਾਮ ਜਿਹੜੇ ਬੀਬੀ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨ ਪਾਕਿਸਤਾਨੀ ਮਹਿਲਾ ਜਿਹੜੀ ਤੁਹਾਡੀ ਦੋਸਤਾਂ ਰੂਸਾ ਆਲਮ ਤੇ ਲਾਈ ਸੀ, ਜਾਂ ਦੂਜਾ ਕਾਰਨ ਇਹ ਹੋ ਸਕਦਾ ਕਿ ਉਹਦੀ ਨਿਗਰਾਨੀ ਦੇ ਵਿੱਚ ਹੀ ਸਭ ਕੁਝ ਇਹੋ ਜਿਹਾ ਕੁਝ ਚੱਲਦਾ ਹੋਵੇ, ਤੇ ਜਿਸ ਦੇ ਬਾਰੇ ਮੁਹੰਮਦ ਮੁਸਤਫਾ ਨੇ ਵੀ ਇਹ ਗੱਲ ਕਹੀ ਆ ਕਿ ਮੇਰੇ ਕੋਲ 500 ਸਫ਼ਿਆਂ ਦੀ ਕਿਤਾਬ ਹੈਗੀ ਆ,
ਤਾਂ ਉਹਦੇ ਵਿੱਚ ਤੁਹਾਨੂੰ ਇਹ ਦੱਸ ਦਿੱਤਾ ਜਾਵੇਗਾ ਕਿ ਸਵਿਸ ਬੈਂਕ 'ਚ ਕਿਹੜੇ ਥਾਵਾਂ ਤੇ ਇਹ ਪੈਸੇ ਜਿਹੜੇ ਖਾਤੇ ਗਏ ਨੇ। ਮਤਲਬ ਬਹੁਤ ਕੁਝ ਕੈਪਟਨ ਅਮਰਿੰਦਰ ਸਿੰਘ ਜੀ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਸੰਦਰਭ 'ਚ ਖੁੱਲ੍ਹ ਸਕਦੀਆਂ ਨੇ, ਜਾਂ ਉਹ ਖੋਲ੍ਹ ਸਕਦੇ ਨੇ, ਜਾਂ ਇੱਕ ਆਮ, ਚਲੋ ਉਹ ਤਾਂ ਪੋਲੀਟੀਕਲ ਬੰਦੇ ਨੇ, ਪਰ ਆਮ ਜਿਹੜਾ ਪੰਜਾਬ ਦਾ ਵਾਸੀ ਆ ਉਹਦੀ ਵੀ ਇਹ ਸਮਝ ਕੰਮ ਕਰਦੀ ਆ ਕਿ ਜੇਕਰ ਤੁਸੀਂ ਉਸ ਸਮੇਂ ਮੁੱਖ ਮੰਤਰੀ ਸੀ ਔਰ ਤੁਹਾਨੂੰ ਸਾਰੀ ਉਹਦੇ ਨਾਲ ਹੀ ਨਹਿਰ ਜਿਹੜਾ ਗ੍ਰਹਿ ਮੰਤਰਾਲਾ ਉਹ ਵੀ ਤੁਹਾਡੇ ਕੋਲ ਸੀ, ਪਰ ਇਸ ਸਭ ਦੇ ਬਾਵਜੂਦ ਤੁਹਾਡੇ ਵੱਲੋਂ ਜੇਕਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਦਾ ਕੀ ਕਾਰਨ ਹੈ? ਤਾਂ ਕਾਰਨ ਫਿਰ ਇਹੋ ਹੀ ਸਪਸ਼ਟ ਨੇ ਜਿਹੜੇ ਮੇਰੇ ਕਿਰਾਏ ਨੇ। ਜਾਂ ਤਾਂ ਤੁਹਾਨੂੰ ਇਹ ਲਾਲਚ ਸੀ ਕਿ ਮੇਰੀ ਸੱਤਾ ਜਿਹੜੀ ਉਹ ਟੁੱਟ ਸਕਦੀ ਹੈ, ਸਰਕਾਰ ਮੇਰੀ ਜਾ ਸਕਦੀ ਹੈ, ਜਾਂ ਤੁਹਾਡੇ ਪਾਕਿਸਤਾਨੀ ਮਿੱਤਰ ਦੋਸਤ ਮਾਇਆ ਹੀ ਇਸ ਪੱਧਰ ਨਾਲ ਇਕੱਠੀ ਕਰ ਰਹੇ ਸਨ ਜਿਹੋ ਜਿਹਾ ਇਲਜ਼ਾਮ ਮੁਹੰਮਦ ਮੁਸਤਫਾ ਹੁਣ ਤੁਹਾਡੇ ਤੇ ਲਾਉਂਦੇ ਆ, ਤੇ ਜਾਂ ਉਹਦਾ ਇੱਕ ਬੰਦਾ ਸ਼ੇਰ ਤੁਹਾਡੇ ਤੱਕ ਜਾਂਦਾ ਸੀ। ਇਹ ਤਿੰਨ ਕਾਰਨ ਤੇ ਹੋ ਸਕਦੇ ਆ, ਤੇ ਇਹ ਤਿੰਨੇ ਕਾਰਨ ਤੁਹਾਡੀ ਸ਼ਖਸੀਅਤ ਦੇ ਉੱਤੇ ਅਜਿਹੇ ਬਦਨੁਮਾ ਦਾਗ ਨੇ ਜਿਨ੍ਹਾਂ ਨੂੰ ਤੁਸੀਂ ਧੋ ਨਹੀਂ ਸਕਦੇ, ਇਹਨਾਂ ਤੋਂ ਬਚ ਨਹੀਂ ਸਕਦੇ। ਕਿਉਂਕਿ ਇਸ ਦਾ ਸਾਫ਼ ਔਰ ਮਤਲਬ ਉਹੀ ਹੈ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਆ ਕਿ ਤੁਸੀਂ ਪਾਰਟੀ ਹਿੱਤਾਂ ਜਾਂ ਪੰਜਾਬ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਦੇ ਆ, ਕੇਵਲ ਆਪਣੇ ਸੱਤਾ ਨੂੰ ਹੀ ਕਾਇਮ ਰੱਖਣ ਵਾਸਤੇ ਜੋ ਤੁਸੀਂ ਕੰਮ ਕੀਤਾ। ਸੱਤਾ ਪਿਆਰ ਸੀ, ਤੁਹਾਨੂੰ ਸੱਤਾ ਹੀ ਪਿਆਰੀ, ਕੁਰਸੀ ਹੀ ਪਿਆਰੀ ਹੀ, ਨਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਜਿਹੜੇ ਉਹ ਪਿਆਰੇ ਸਨ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਘਿਰ ਜਾਂਦੇ ਆ ਔਰ ਇਹਨਾਂ ਦਾ ਜਵਾਬ ਦੇਣਾ ਉਹਨਾਂ ਨੂੰ ਬਹੁਤ ਔਖਾ। ਇਹ ਦੂਜਾ ਜਿਹੜਾ ਨੁਕਤਾ ਹੈਗਾ, ਜਿਹੜਾ ਬੜਾ ਮਹੱਤਵਪੂਰਨ ਨੁਕਤਾ, ਇਹ ਵਾਕਈ ਇਹ ਵੀ ਇੱਕ ਜਨ ਸਧਾਰਨ ਦੀ ਗੱਲ ਆ ਕਿ ਜੇਕਰ ਚਰਨਜੀਤ ਸਿੰਘ ਚੰਨੀ ਹੁਣੀ ਮੁੱਖ ਮੰਤਰੀ ਬਣਦੇ ਆ, ਉਹ 1.5 ਮਹੀਨੇ ਦੇ ਕਾਰਜਕਾਲ ਜਾਂ 1 ਮਹੀਨੇ ਦੇ ਕਾਰਜਕਾਲ ਦੌਰਾਨ ਉਹ ਇੱਕ ਹੀ ਸਮਝੌਤਾ ਬਿਜਲੀ ਦਾ ਰੱਦ ਕਰ ਦਿੰਦੇ ਆ, ਤਾਂ ਇਸ ਦਾ ਮਤਲਬ ਕਿ ਇਹ ਸਮਝੌਤਾ ਜਿਹੜਾ ਸੀ ਇਹ ਫਿਰ ਕੈਪਟਨ ਅਮਰਿੰਦਰ ਸਿੰਘ ਤਾਂ ਕਿਉਂ ਨਾ ਕਰ ਸਕੇ? ਕੀ ਉਸਦੀ ਕੀ ਮਜਬੂਰੀ ਹੋਏਗੀ ਕਿ ਉਹ ਇੱਕ ਗੋਂਦਵਾਲਾ ਜੀਵਿਕਾ ਜਿਹੜੇ ਥਰਮਲ ਪਲਾਂਟ ਹੈਗਾ ਜਿਸ ਨੂੰ ਕਹਿੰਦੇ ਕਿ ਇੱਕ ਬਹੁਤ ਛੋਟੀ ਜਿਹੀ ਕੰਪਨੀ ਹੈ ਜਾਂ ਮਾੜੀ ਮੋਟੀ ਕੰਪਨੀ ਹੈ, ਕਿ ਕੈਪਟਨ ਅਮਰਿੰਦਰ ਸਿੰਘ ਏਡੇ ਕਮਜ਼ੋਰ ਹੀ ਕਿ ਉਹ ਸਮਝੌਤੇ ਨੂੰ ਰੱਦ ਕਰਨ ਦੀ ਜ਼ਰੂਰਤ ਹੀ ਨਹੀਂ ਕਰ ਸਕੇ? ਤਾਂ ਸਾਫ਼ ਔਰ ਸਪਸ਼ਟ ਅਰਥ ਇਹ ਨਿਕਲਦਾ ਕਿ ਜਿੰਨਾ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਫੈਲਿਆ, ਕਰਪਸ਼ਨ ਫੈਲੀ, ਉਹਦੇ ਸਿੱਧੇ ਔਰ ਸਿੱਧੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹੁਣੀ ਨੇ। ਜੇ 4.5 ਸਾਲ ਦਾ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਗਿਆ, ਕੁੱਟਿਆ ਗਿਆ, ਹਰ ਤਰੀਕੇ ਦਾ ਸ਼ੋਸ਼ਣ ਪੰਜਾਬ ਦੇ ਲੋਕਾਂ ਦਾ ਹੋਇਆ ਔਰ ਪੰਜਾਬ ਸਰਕਾਰ ਉਹਦੇ 'ਚ ਕੁਝ ਨਹੀਂ ਕਰ ਸਕੀ, ਤਾਂ ਇਸ ਦਾ ਸਾਫ਼ ਔਰ ਸਪਸ਼ਟ ਸ਼ਬਦ 'ਚ ਮਤਲਬ ਇਹੋ ਹੀ ਨਿਕਲਦਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਸਭ ਦੇ ਜ਼ਿੰਮੇਵਾਰ ਸੀ ਔਰ ਇਹ ਚਾਹੁੰਦੇ ਹੀ ਨਹੀਂ ਸੀ ਕਿ ਇਹੋ ਜਿਹਾ ਕੁਝ ਪੰਜਾਬ ਦੇ ਲੋਕਾਂ ਨੂੰ ਰਾਹਤਾਂ ਮਿਲਣ। ਵੇਖੋ, ਇੱਕ ਆਮ ਤੌਰ ਤੇ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਉਸ ਤਰੀਕੇ ਦਾ ਮੁੱਖ ਮੰਤਰੀ ਅਜੇ ਨਹੀਂ ਸਮਝਿਆ ਜਾ ਰਿਹਾ ਕਿ ਜਿਸ ਤਰ੍ਹਾਂ ਉਦੋਂ ਗੱਲ ਕੀਤੀ ਇੱਕ ਪੱਤਰਕਾਰ, ਸੀਨੀਅਰ ਪੱਤਰਕਾਰ ਨੂੰ ਗਰੀਬ ਵਿਚਾਰਾ ਜਾਂ ਮੁੱਖ ਮੰਤਰੀ ਕਹਿ ਦਿੱਤਾ, ਪਰ ਮੁੱਖ ਮੰਤਰੀ ਦਾ ਮੁੱਖ ਮੰਤਰੀ ਹੈ, ਚਾਹੇ ਉਹ ਗਰੀਬ ਆ, ਚਾਹੇ ਉਹ ਵਿਚਾਰਾ ਆ, ਚਾਹੇ ਉਹ ਧਾਕੜਿਆ, ਚਾਹੇ ਉਹ ਜਿਸ ਤਰ੍ਹਾਂ ਦਾ ਵੀ ਹੈ, ਸ਼ਿਊਡ ਆ ਜਾਂ ਜੋ ਵੀ ਹੈ। ਪਰ ਇਹਦੇ ਬਾਵਜੂਦ ਜੇਕਰ ਅਜਿਹਾ ਇੱਕ ਮੁੱਖ ਮੰਤਰੀ ਜਿਹਦੇ ਕੋਲ ਟਾਈਮ ਬਹੁਤ ਥੋੜਾ ਆਉਂਦਿਆਂ ਹੀ ਇੱਕ ਗੋਂਦਵਾਲ ਸਮਝੌਤਾ ਜਿਹੜਾ ਬਿਜਲੀ ਦਾ ਥਰਮਲ ਪਲਾਂਟ ਦਾ ਰੱਦ ਕਰ ਦਿੱਤਾ, ਤੇ ਕੈਪਟਨ ਸਾਹਿਬ ਤੁਸੀਂ ਫਿਰ 4.5 ਸਾਲ ਕਿਉਂ ਨਾ ਕੀਤਾ? ਕੀ ਤੁਹਾਡੇ ਨਾਲ ਮਹਾਰਾਜਾ ਨਾਮ ਰੱਖਣਾ ਸਿਰਫ ਇਸੇ ਕਰਕੇ ਕਿ ਤੁਸੀਂ ਪਟਿਆਲਾ ਰਹਿ ਸਕਦੇ ਜੇ ਕਿ ਤੁਸੀਂ ਆਪਣੀ ਕੁਰਸੀ ਨੂੰ ਕਾਇਮ ਰੱਖਣਾ ਕਿ ਲੋਕੀ ਪੰਜਾਬ ਦੇ ਟੱਠੇ ਕੂਚ ਪੈਣ, ਮਰਦ ਜੀਨ ਜੋ ਮਰਜ਼ੀ ਹੋਵੇ, ਤੁਹਾਨੂੰ ਕੋਈ ਮਤਲਬ ਨਹੀਂ? ਸਾਫ਼ ਅਰਥ ਇਹ ਹੈ। ਤਾਂ ਇਸ ਦਾ ਜਵਾਬ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਦੇਣਾ ਪਏਗਾ, ਲੋਕਾਂ ਦੀ ਕਚਹਿਰੀ 'ਚ ਦੇਣਾ ਪਏਗਾ। ਔਰ ਇਹਨਾਂ ਚੀਜ਼ਾਂ ਨੇ, ਹਾਲਾਂਕਿ ਅੱਜ ਤੱਕ ਇਹ ਗੱਲਾਂ ਇਹ ਜਿਹੜੇ ਪੰਜਾਬ ਦੇ ਉਹਨਾਂ ਦੇ ਵਿਰੋਧੀ ਸਾਥੀ ਨੇ ਉਹ ਕਰਦੇ ਨੇ ਜਿਹੜੇ ਸੱਤਾ 'ਚ ਨੇ, ਸ਼ਾਇਦ ਇਹੋ ਹੀ ਕਾਰਨ ਹੈ ਕਿ ਇੰਨਾ ਵਿਰੋਧ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡਣੀ ਪਈ। ਤਾਂ ਇਸ ਦਾ ਇਹ ਵੀ ਅਰਥ ਨਿਕਲਦਾ ਕਿ ਉਹ ਮੰਤਰੀ ਜਿਸ ਤਰ੍ਹਾਂ ਤਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚੰਨੀ ਹੋਣੀ ਹੋਏ, ਜਾਂ ਇਹ ਮੰਤਰੀ ਜੋ ਕੁਝ ਬੋਲਦੇ ਫਿਰ ਸੱਚੇ ਦਿਲੋਂ ਬੋਲਦੇ। ਉਹਨਾਂ ਨੂੰ ਪਤਾ ਹੀ ਕਿ ਲੋਕਾਂ ਦੀ ਕਚਹਿਰੀ 'ਚ ਜਾ ਕੇ ਸਾਨੂੰ ਕਿਸ ਤਰੀਕੇ ਦੀਆਂ ਮੂੰਹੀਆਂ ਖਾਣੀਆਂ ਪੈਣੀਆਂ, ਤੇ ਕਾਂਗਰਸ ਹਾਈਕਮਾਨ ਵੀ ਇਸ ਗੱਲ ਨੂੰ ਜਾਣਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਜੇ ਸਿਰ ਤੇ ਚੋਣਾਂ ਲੜੀਆਂ ਤਾਂ ਪੰਜਾਬ ਦੇ ਵਿੱਚੋਂ ਕਾਂਗਰਸ ਦੀ ਹਾਰ ਯਕੀਨੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦੇ ਆਧਾਰ ਤੇ ਤੁਸੀਂ ਇੱਕ ਮਿੰਟ ਇਹ ਵੀ ਗੱਲ ਛੱਡ ਦਿੰਦੇ, ਇਸ ਤੋਂ ਵੀ ਅੱਗੇ ਆ ਜਾਓ। ਸੁਖਜਿੰਦਰ ਸਿੰਘ ਰੰਧਾਵਾ ਦੇ ਜਿਹੜੇ ਬਿਆਨ ਆ, ਜਿਸ ਤਰ੍ਹਾਂ ਹੁਣ ਰਾਜਾ ਵੜਿੰਗ ਆ, ਉਹ ਨਿੱਤ ਬੱਸਾਂ ਤੇ ਕਾਰਵਾਈ ਕਰਦਾ ਪਿਆ, ਪ੍ਰਾਈਵੇਟ ਬੱਸਾਂ ਤੇ ਕਰਦਾ ਪਿਆ। ਕੀ ਇਹ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਨਹੀਂ ਸੀ ਹੋ ਸਕਦੀ? ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਆ। ਔਰ ਜਿਹੜੀ ਉਹ ਕਾਰਵਾਈ ਕਰ ਰਿਹਾ ਉਹਦੇ ਉੱਤੇ ਅੱਜ ਤੱਕ ਕਿਸੇ ਵੀ ਵਿਰੋਧੀ ਪਾਰਟੀ ਦੇ ਨੇਤਾ ਨੇ ਜਾਂ ਆਪਣੀ ਪਾਰਟੀ ਦੇ ਨੇਤਾ ਨੇ ਜਾਂ ਆਮ ਪੰਜਾਬ ਦੇ ਲੋਕਾਂ ਨੇ ਇੱਕ ਵੀ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ। ਇਸ ਦਾ ਸਾਫ਼ ਅਰਥ ਇਹ ਹੈ ਕਿ ਉਹ ਬੰਦਾ ਜੋ ਕਰ ਰਿਹਾ ਉਹ ਆਪਣੀ ਡਿਊਟੀ ਠੀਕ ਤਰੀਕੇ ਨਾਲ ਨਿਭਾ ਰਿਹਾ। ਟਰਾਂਸਪੋਰਟ ਮਹਿਕਮੇ 'ਚ ਟਰਾਂਸਪੋਰਟ ਮਾਫੀਆ ਜਿਹੜਾ ਖਿੱਲ ਰਿਹਾ ਸੀ, ਇਸ ਦਾ ਸਾਫ਼ ਅਰਥ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਟਰਾਂਸਪੋਰਟ ਮਾਫੀਆ ਜਿਹੜਾ ਸੀ
ਉਹਨੂੰ ਵੀ ਪੂਰਾ ਆਸ਼ੀਰਵਾਦ ਪ੍ਰਾਪਤ ਸੀ। ਜਿਹੜਾ ਪਹਿਲਾਂ ਦੂਜੇ ਪਾਸੇ ਕਹਿੰਦੇ ਕਿ ਬਾਦਲਾਂ ਦੇ ਜਾਂ ਦੂਜੀ ਸਰਕਾਰ ਦੇ ਹਿੱਸੇ ਜਾਂਦਾ, ਉਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਪਹੁੰਚਦਾ ਰਹੇਗਾ। ਜਿਹੜਾ ਉਹਨਾਂ ਨੇ ਕੋਈ 4.5 ਸਾਲ ਦੌਰਾਨ ਉਹਨਾਂ ਦੇ ਟਰਾਂਸਪੋਰਟ ਮੰਤਰੀ ਨੇ ਕਾਰਵਾਈ ਨਹੀਂ ਕੀਤੀ। ਇਸ ਦਾ ਕੀ ਕਾਰਨ ਸੀ? ਇਸ ਦਾ ਕਾਰਨ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਬੇਸ਼ੱਕ ਮੰਤਰਾਲੇ ਜਾਂ ਮਹਿਕਮੇ ਵੱਖ-ਵੱਖ ਆਪਣੇ ਮੰਤਰੀਆਂ ਨੂੰ ਦਿੱਤੇ ਹੋਏ ਸਨ, ਪਰ ਉਹਨਾਂ ਉੱਤੇ ਜਿਹੜਾ ਏਕਾਧਿਕਾਰ ਆ ਉਹ ਕੈਪਟਨ ਅਮਰਿੰਦਰ ਸਿੰਘ ਦਾ ਹੀ ਸੀ, ਜਿਸ ਕਾਰਨ ਕੋਈ ਵੀ ਮੰਤਰੀ, ਕੋਈ ਵੀ ਵਿਧਾਇਕ ਆਪਣੇ ਪੱਤਰ ਤੇ ਕਾਰਵਾਈ ਨਹੀਂ ਸੀ ਕਰ ਸਕਦਾ। ਜੇਕਰ ਰਾਜਾ ਵੜਿੰਗ ਹੋਣ ਕਰਦਾ ਤਾਂ ਉਹ 50 ਲੱਖ ਰੁਪਏ ਜਾਂ 1.5 ਲੱਖ ਉਹ ਕਹਿ ਰਿਹਾ ਕਿ ਇੰਨੀ ਆਮਦਨ PRTC ਦੀ ਰੋਜ਼ ਵਧੀ ਹੈ, ਤਾਂ ਉਹ ਪਹਿਲਾਂ ਕਿਉਂ ਨਹੀਂ ਵਧੀ? ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਨਾ ਕੀਤਾ? ਕਹਿਣ ਦਾ ਅਰਥ ਹੈ ਸਾਫ਼ ਔਰ ਸਪਸ਼ਟ ਸ਼ਬਦਾਂ 'ਚ ਆਪਣੇ ਮਾਨ ਸਾਹਿਬ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦੇ ਕੇ ਆਪ ਹੀ ਆਪਣੇ ਵਿਰੋਧੀਆਂ ਨੂੰ ਜ਼ੁਬਾਨ ਦੇ ਦਿੱਤੀ ਹੈ ਕਿ ਤੁਸੀਂ ਮੇਰੇ ਖਿਲਾਫ ਅਜਿਹਾ ਬੋਲ ਸਕਦੇ, ਜਿਹੜੀ ਗੱਲ ਕਰ ਸਕਦੇ। ਮੈਨੂੰ ਨਵਜੋਤ ਸਿੰਘ ਸਿੱਧੂ ਦੇ ਉਹ ਜਿਹੜੇ ਉਸ ਦਿਨ ਦੀ ਪ੍ਰੈਸ ਕਾਨਫਰੰਸ ਤੇ ਬੋਲਨੇ ਉਹ ਯਾਦ ਆਉਂਦਾ। ਕਹਿੰਦਾ ਬੰਦੇ ਦੀ ਉਮਰ ਜਿਉਂ-ਜਿਉਂ ਵੱਧਦੀ ਹੈ ਬੰਦਾ ਰੋਂਦੂ ਬੱਚਾ ਬਣਦਾ ਜਾਂਦਾ। ਰੋਂਦੂ ਸ਼ਬਦ ਉਹਨੇ ਵਰਤਿਆ ਕਿ ਮੈਨੂੰ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਸੇਮ ਦੀ ਸੇਮ ਹੈ ਕਿ ਪਹਿਲਾਂ ਇਹਨਾਂ ਗੱਲਾਂ ਤੇ ਜਵਾਬ ਦਿਓ। ਤੁਸੀਂ ਇਲਜ਼ਾਮ ਲਾਓ ਜੇ ਚੰਨੀ ਸਰਕਾਰ ਚੋਂ ਮੰਤਰੀ ਨੇ ਇਹੋ ਜਿਹੇ ਕਰਪਟ ਵਿਧਾਇਕ ਨੇ ਤਾਂ ਉਹਨਾਂ ਦੀ ਡਿਊਟੀ ਬਣਦੀ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ। ਪਰ ਤੁਸੀਂ ਜਦੋਂ ਤੁਸੀਂ ਆਪਣੀ ਉਹੋ ਜਿਹੀ ਕਾਰਵਾਈ ਜਾਂ ਉਹੋ ਜਿਹੀ ਕਾਰਜਕਾਰੀ ਕਿਉਂ ਨਾ ਵਿਖਾਈ? ਇਹ ਕਿਤੇ ਪ੍ਰੈਸ ਕਾਨਫਰੰਸ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਔਖਾ ਹੋ ਜਾਏਗਾ। ਉਹ ਕਹਿਣਗੇ ਜੀ ਯਾਰ ਉਹ ਅੱਛਾ ਕਾਗਜ਼ ਬਹੁਤ ਕੱਢਦੇ ਜੀ, ਆਪ 92% ਕੰਮ ਕਰਦੇ, 92% ਕੰਮ ਕਰਦੇ। ਤੁਸੀਂ ਸਿਰਫ ਇੱਕ ਹੀ ਸਵਾਲ ਉਹਨਾਂ ਨੂੰ ਪੁੱਛਿਆ ਜਾ ਸਕਦਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਗੋਂਦਵਾਲ ਦਾ ਸਮਝੌਤਾ, ਇੱਕ ਹੀ ਸਮਝੌਤਾ, 122 ਸਮਝੌਤੇ ਨੇ, 122 ਸਮਝੌਤਿਆਂ 'ਚ ਉਹਨੇ ਇੱਕ ਸਮਝੌਤਾ ਰੱਦ ਕੀਤਾ, ਤੁਸੀਂ ਕਿਉਂ ਨਾ ਕੀਤਾ? ਪਹਿਲਾ ਕੁਐਸਚਨ। ਜੇ ਰਾਜਾ ਵੜਿੰਗ ਹੁਣ ਬੱਸਾਂ ਤੇ ਪ੍ਰਾਈਵੇਟ ਬੱਸਾਂ ਤੇ ਕਾਰਵਾਈ ਕਰਕੇ ਜਿਹੜੀਆਂ ਨਜਾਇਜ਼ ਚੱਲਦੀਆਂ ਨੇ, ਪ੍ਰਾਈਵੇਟ ਨਾ ਕਹੀ, ਜਿਹੜੀਆਂ ਨਜਾਇਜ਼ ਚੱਲਦੀਆਂ, ਜਿਹਨਾਂ ਸਰਕਾਰ ਦਾ ਟੈਕਸ ਚੋਰੀ ਕੀਤਾ ਔਰ ਉਹ ਟੈਕਸ ਹੁਣ ਭਰਿਆ ਜਾ ਰਿਹਾ, ਸਰਕਾਰ ਦਾ ਖਜ਼ਾਨਾ ਭਰਿਆ ਜਾ ਰਿਹਾ, ਔਰ ਰੋਜ਼ ਦੀ ਇਨਕਮ ਜਿਹੜੀ ਹੈ 50 ਲੱਖ ਤੋਂ ਉੱਪਰ ਹੋ ਗਈ ਹੈ, ਉਹ ਤੁਸੀਂ ਕਿਉਂ ਨਾ ਕੀਤੀ? ਕੀ ਉਹ 50 ਲੱਖ ਰੁਪਈਆ ਜਾਂ 1 ਕਰੋੜ ਰੁਪਈਆ ਰੋਜ਼ ਤੁਹਾਡੇ ਘਰ ਪਹੁੰਚਦਾ ਸੀ ਜਾਂ ਤੁਹਾਡੇ ਪਾਕਿਸਤਾਨੀ ਮਿੱਤਰ ਨੂੰ ਜਾਂਦਾ ਸੀ ਜਿਨ੍ਹਾਂ ਦੇ ਰਾਹੀਂ ਉਹ ਸਵਿਸ ਬੈਂਕਾਂ 'ਚ ਗਿਆ? ਸੋ ਬੜੇ ਪ੍ਰਸ਼ਨ ਨੇ ਜਿਹੜੇ ਪ੍ਰਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਉਸ ਇਮੇਜ ਨੂੰ ਪੇਸ਼ ਕਰਦੇ ਆ ਕਿ ਇਹ ਜੋ ਵੀ ਸੀ ਬੁਨਿਆਦੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕੀਤੀ ਹੈ, ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਹੈ, ਔਰ ਇਸ ਦੀ ਸਜ਼ਾ ਜਿਹੜੀ ਆ ਉਹ ਤਾਂ ਉਹਨਾਂ ਨੂੰ ਮਿਲ ਗਈ। ਪਰ ਜਿਹੜੀ ਜੇਕਰ 2022 ਦੀਆਂ ਚੋਣਾਂ ਤੱਕ ਜੇਕਰ ਕਾਂਗਰਸ ਪਾਰਟੀ ਨੇ ਆਪਣੀ ਸਥਿਤੀ ਦੇ ਵਿੱਚ ਸੁਧਾਰ ਤਾਂ ਲਿਆਂਦਾ ਤੇ ਪੰਜਾਬ ਦੇ ਲੋਕ ਜਿਹੜੇ ਆ ਇਸ ਕਾਂਗਰਸ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾ ਸਕਦੇ ਆ, ਕਿਉਂਕਿ ਹੁਣ ਕਰਨਾ ਪਏਗਾ। ਸੋ ਗੱਲ ਜਿਹੜੀ ਸੁਖਜਿੰਦਰ ਸਿੰਘ ਰੰਧਾਵੇ ਦੀ ਬਿਆਨ ਦੀ ਉੱਥੋਂ ਗੱਲ ਚਰਚਾ ਜਿਹੜੀ ਚੱਲਦੀ ਸੀ ਕਿ ਕੋਈ ਸ਼ੱਕ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ 4.5 ਸਾਲਾਂ ਦੌਰਾਨ ਕੱਖ ਵੀ ਨਹੀਂ ਕੀਤਾ, ਔਰ ਜੋ ਵੀ ਮਾਫੀਆ ਵਧਿਆ ਫੁੱਲਿਆ, ਚਾਹੇ ਉਹ ਮਾਈਨਿੰਗ ਦਾ ਮੁੱਦਾ ਹੋਵੇ, ਚਾਹੇ ਉਹ ਡਰੱਗ ਦਾ ਮੁੱਦਾ ਹੋਵੇ, ਚਾਹੇ ਟਰਾਂਸਪੋਰਟ ਮਾਫੀਆ ਹੋਵੇ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਕਥਾ ਤੌਰ ਤੇ ਆਸ਼ੀਰਵਾਦ ਪ੍ਰਾਪਤ ਸੀ। ਤਾਂ ਹੀ ਬਠਿੰਡਾ ਰੈਲੀ ਦੇ ਵਿੱਚ ਜਿਸ ਤੇ ਨਵਜੋਤ ਸਿੰਘ ਨੇ 75-25 ਦੇ ਖੇਲ ਦੀ ਗੱਲ ਕੀਤੀ ਤਾਂ ਉਹ ਪੂਰਨ ਤੌਰ ਤੇ ਤੱਥਾਂ ਸਹਿਤ ਸੀ, ਕਿਉਂਕਿ ਹੁਣ ਜਿਹੜੀ ਆ ਬਿੱਲੀ ਜਿਹੜੀ ਆ ਥੱਲੇ ਤੋਂ ਬਾਹਰ ਜਿਹੜੀ ਆ ਚੁੱਕੀ ਹੈ। ਜੀ ਮਾਨ ਸਾਹਿਬ। ਬਿਲਕੁਲ ਸਰ, ਹਾਂ ਬਿਲਕੁਲ ਸਰ, ਬਿਲਕੁਲ ਤੁਸੀਂ ਬਿਲਕੁਲ ਸਹੀ ਕਲੀਅਰ ਕੀਤਾਗਾ ਵੀ ਜੋ ਵੀ ਲੜਾਈ ਜੋ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਣ ਵਿੱਢੀ ਹੈ ਜਾਂ ਉਹਨਾਂ ਨੇ ਬਿਆਨ ਦਿੱਤੇ ਨੇ ਵੀ ਸਿਰਫ ਔਰ ਸਿਰਫ ਸਿਆਸੀ ਹਿੱਤਾਂ ਦੇ ਨਾਲ ਹੀ ਜੁੜੇ ਰਹੇ ਨੇ। ਪੰਜਾਬ ਜਾਂ ਪੰਜਾਬੀਅਤ ਦਾ ਭਲਾ ਕਦੇ ਕੈਪਟਨ ਅਮਰਿੰਦਰ ਸਿੰਘ ਨੇ ਸੋਚਿਆ ਹੀ ਨਹੀਂ। ਅੱਜ ਦਾ ਸਾਰੇ ਗੱਲਾਂ ਕਰ ਰਹੇ ਨੇ ਉਹਨਾਂ ਦੇ ਨਾਲ ਦੇ ਕਰੀਬੀ ਜਾਂ ਵਿਧਾਇਕ ਜਾਂ ਵਿਰੋਧੀ ਪਾਰਟੀ ਦੇ ਨੇਤਾ, ਲੇਕਿਨ ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਚੋਣਾਂ ਨੂੰ ਲੈ ਕੇ ਆਪਣੀ ਨਵੀਂ ਪਾਰਟੀ ਦੇ ਨਾਲ ਲੋਕਾਂ ਦੇ ਵਿੱਚ ਵਿਚਰਨਗੇ ਤਾਂ ਇਹ ਸਵਾਲ ਲੋਕਾਂ ਵੱਲੋਂ ਵੀ ਜ਼ਰੂਰ ਕੀਤੇ ਜਾਣਗੇ, ਜਿਨ੍ਹਾਂ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਨਹੀਂ ਦੇ ਪਾਉਣਗੇ। ਹੁਣ ਆਪਾਂ ਅਗਲੀ ਖਬਰ ਵਧੀ ਦੀ ਗੱਲ ਕਰੀਏ ਪ੍ਰਗਟ ਸਿੰਘ ਦੀ, ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਬਿਆਨ ਆਇਆ ਹੈ। ਜਿਵੇਂ ਕਿ ਦੀਵਾਲੀ ਦੇ ਉੱਪਰ ਇੱਕ ਵੱਡਾ ਤੋਹਫਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਸੀ ਆਮ ਲੋਕਾਂ ਨੂੰ, ਤੇਲ ਦੀਆਂ ਕੀਮਤਾਂ 10% ਘਟਾ ਕੇ। ਇਸ ਤੋਂ ਬਾਅਦ ਇੱਕ ਵੱਡੀ ਰਾਹਤ ਮਿਲੀ ਸੀ ਪੰਜਾਬ ਦੇ ਲੋਕਾਂ ਨੂੰ, ਪੂਰੇ ਹਿੰਦੁਸਤਾਨ, ਪੂਰੇ ਭਾਰਤ ਦੇ ਲੋਕਾਂ ਨੂੰ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਮਾਫ ਕਰਨ ਲਈ ਉਸ ਤੋਂ ਬਾਅਦ ਪ੍ਰਗਟ ਸਿੰਘ ਦਾ ਇੱਕ ਵੱਡਾ ਬਿਆਨ ਆਇਆ ਵੀ ਆਉਣ ਵਾਲੀ ਕੈਬਨਿਟ ਮੀਟਿੰਗ ਜਿਹੜੀ ਕਿ 6 ਤਰੀਕ ਨੂੰ ਹੋਣੀ ਹੈ, ਉਸ ਦੇ ਵਿੱਚ ਇੱਕ ਵੱਡਾ ਫੈਸਲਾ ਫਿਰ ਲਿਆ ਜਾਵੇਗਾ ਤੇ ਪੰਜਾਬ ਵੱਲੋਂ ਵੀ ਵੈਟ ਘਟਾਇਆ ਜਾ, ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵੀ ਜਿਹੜੀ ਪਹਿਲਾਂ ਮੁਸੀਬਤ ਬਣੇ ਨੇ ਤੇਲ ਦੀਆਂ ਕੀਮਤਾਂ, ਉਹਨਾਂ ਤੋਂ ਰਾਹਤ ਮਿਲੇਗੀ। ਤੋਂ ਵੱਡਾ ਫੈਸਲਾ ਹੈ, ਵੱਡੀ ਰਾਹਤ ਮਿਲਣ ਜਾ ਰਹੀ ਹੈ। ਪੰਜਾਬ ਸਰਕਾਰ ਵੀ ਵੈਟ ਘਟਾਉਣ ਜਾ ਰਹੀ ਹੈ। ਕਿਵੇਂ ਦੇਖ ਰਹੇ ਹੋ, ਕਿੱਡੀ ਵੱਡੀ ਰਾਹਤ ਹੋਏਗੀ ਆਮ ਲੋਕਾਂ ਦੇ? ਦੇਖੋ ਜਿਹੜੀ ਕੱਲ ਦੀ ਕੈਬਨਿਟ ਮੀਟਿੰਗ ਹੋਣੀ ਆ 6 ਤਰੀਕ ਵਾਲੀ, ਉਹਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿੱਕੀਆਂ ਹੋਈਆਂ ਨੇ, ਕਿਉਂਕਿ ਉਸ ਕੈਬਨਿਟ ਮੀਟਿੰਗ ਦੇ ਵਿੱਚ ਕੁਝ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਜਿਹੜੇ ਵਿਧਾਨ ਸਭਾ ਸੈਸ਼ਨ ਜਿਹੜਾ 8 ਨਵੰਬਰ ਨੂੰ ਬੁਲਾਇਆ ਜਾਣਾ ਉਹਦੇ ਵਿੱਚ ਉਹ ਪਾਸ ਹੋਣਾ। ਇਹ ਹੁਣ ਜਿਹੜੀ ਪ੍ਰਗਟ ਸਿੰਘ ਦੇ ਬਿਆਨ ਦੀ ਗੱਲ ਕਰਦੇ ਆ
ਹਿਮਾਚਲ ਸਰਕਾਰ ਵੱਲੋਂ ਵੀ ਇੱਕ ਉਸੇ ਵੈਟ ਦੇ ਅੰਤਰਗਤ 7 ਰੁਪਏ ਜਿਹੜਾ ਹੈ ਉਹ ਵੈਟ ਘਟਾ ਕੇ ਹਿਮਾਚਲ ਪ੍ਰਦੇਸ਼ ਦੀ ਜਨਤਾ ਨੂੰ ਇੱਕ ਰਾਹਤ ਜਿਹੜੀ ਆ ਉਹ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਜਿਹੜਾ 5 ਰੁਪਏ ਘੱਟ ਕੀਤਾ ਗਿਆ ਪੈਟਰੋਲ ਤੇ ਵੈਟ ਜਿਹੜਾ ਕੱਲ ਉਸ ਦਾ ਵੇਖਣ ਨੂੰ ਅਸਰ ਮਿਲਿਆ 105 ਰੁਪਏ ਪ੍ਰਤੀ ਲੀਟਰ ਜਿਹੜਾ ਤੇਲ ਆ ਉਹ ਮਾਰਕੀਟ 'ਚ ਅਵੇਲੇਬਲ ਆ। ਤਾਂ ਹੁਣ ਪ੍ਰਗਟ ਸਿੰਘ ਹੋਣਾ ਦਾ ਵੀ ਇਹ ਜਿਹੜਾ ਬਿਆਨ ਆਇਆ ਕਿ ਕੈਬਨਿਟ ਦੇ ਵਿੱਚ ਇਹਨਾਂ ਪੈਟਰੋਲ ਦੀਆਂ ਕੀਮਤਾਂ 5-7 ਰੁਪਏ ਘਟਾਈਆਂ ਜਾ ਸਕਦੀਆਂ। ਚੰਗੀ ਗੱਲ ਆ, ਪੰਜਾਬ ਦੇ ਲੋਕਾਂ ਨੂੰ ਰਾਹਤ ਹੈਗੀ ਆ, ਮਿਲਣੀ ਚਾਹੀਦੀ ਹੈ। ਸਰਕਾਰ ਦਾ ਇਹ ਜੇ ਚੰਗਾ ਕਦਮ ਆ ਤਾਂ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਜੇਕਰ ਮਾਨ ਸਾਹਿਬ ਗੱਲ ਕਰੀਏ ਕਿ ਸਰਕਾਰ ਕੇਂਦਰ ਸਰਕਾਰ ਦੇ ਇਸ ਨਜ਼ਰੀਏ ਦੀ 5 ਰੁਪਏ ਉਹਨਾਂ ਨੇ ਜੇ ਪੈਸੇ ਘੱਟ ਕਰਤੇ, ਇਹ ਪਿਛਲੇ ਮਹੀਨੇ 1 ਅਕਤੂਬਰ ਤੋਂ ਲੈ ਕੇ ਤੇ 1 ਨਵੰਬਰ ਤੱਕ ਰੋਜ਼ 10-10 ਪੈਸੇ 25-25 ਪੈਸੇ ਕਰਕੇ 9 ਰੁਪਏ ਦੇ ਕਰੀਬ ਪੈਟਰੋਲ ਜਿਹੜਾ ਉਹ ਵਧਿਆ ਪ੍ਰਤੀ ਲੀਟਰ। ਤਾਂ 9 ਰੁਪਏ ਪ੍ਰਤੀ ਲੀਟਰ ਜੇ ਵਧਿਆ ਇੱਕ ਮਹੀਨੇ ਦੇ ਵਿੱਚ ਤੇ ਤੁਸੀਂ 5 ਰੁਪਏ ਘੱਟ ਕਰ ਲਓ, ਇਹ ਕੇਵਲ ਔਰ ਕੇਵਲ ਲੋਕਾਂ ਨੂੰ ਇੱਕ ਸ਼ਮਸ਼ਨਾ ਦੇਣ ਦੀ ਗੱਲ ਹੈਗੀ ਹੈ। ਜਦੋਂ ਲੋਕਾਂ ਨੂੰ ਅਸੀਂ ਗੱਲਾਂ ਦੇ ਵਿੱਚ ਲਾ ਕੇ ਭਰਮਾ ਲਈਦਾ ਤੇ ਆਹ ਵੇਖੋ ਜੀ ਅਸੀਂ ਵੈਟ ਘੱਟ ਕਰਤਾ। ਹੁਣ ਉਹਨਾਂ ਨੇ 5 ਰੁਪਏ ਵੈਟ ਘੱਟ ਕੀਤਾ ਤਾਂ 5 ਰੁਪਏ ਵੈਟ ਕਰਕੇ ਜੇ ਇਹ ਤੁਹਾਡਾ ਖਿਆਲ ਆ ਕਿ ਇਹ ਬਹੁਤ ਵੱਡੀ ਰਾਹਤ ਹੈ, ਇਹ 4 ਦਿਨ ਬਾਅਦ ਜੇਕਰ ਕਿਉਂਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਵੱਧਦੀਆਂ ਪਈਆਂ, ਜੇਕਰ ਉਹ 25-25 ਪੈਸੇ ਦੇ ਹਿਸਾਬ ਨਾਲ ਵੀ ਦੁਬਾਰਾ ਵਧਣਾ ਸ਼ੁਰੂ ਹੋ ਗਿਆ ਤਾਂ ਵੱਧ ਤੋਂ ਵੱਧ 4 ਦਿਨਾਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਫਿਰ ਉੱਥੇ ਦੀ ਉੱਥੇ ਆ ਜਾਣੀ। ਹਾਂ, ਸਭ ਤੋਂ ਜਿਹੜਾ ਮਹੱਤਵਪੂਰਨ ਪ੍ਰਸ਼ਨ ਆ ਉਹ ਪੰਜਾਬ ਦੀ ਸਰਕਾਰ ਦਾ ਹੈ। ਪੰਜਾਬ ਸਰਕਾਰ ਇਸ ਮੁੱਦੇ ਤੇ ਕਿੱਥੋਂ ਤੱਕ ਗੰਭੀਰ ਆ? ਕੀ ਉਹ ਵਾਕਈ ਜਿਹੜਾ ਵੈਟ ਆ ਉਹ 10 ਰੁਪਏ ਘਟਾਉਂਦੀ ਹੈ? ਜਿਸ ਤਰ੍ਹਾਂ ਤੁਸੀਂ ਹਰਿਆਣੇ 'ਚ ਚੱਲ ਜਾਓ ਜਾਂ ਪੰਚਕੂਲੇ ਦੇ ਖੇਤਰ 'ਚ ਚੱਲ ਜਾਓ, ਉੱਥੇ ਚੰਡੀਗੜ੍ਹ ਚੱਲ ਜਾਓ, ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤਾਂ ਜਿਹੜੀਆਂ ਪੰਜਾਬ ਦੀਆਂ ਕੀਮਤਾਂ ਤੋਂ ਅਲੱਗ ਹਨ, ਹਰਿਆਣੇ ਦੀਆਂ ਕੀਮਤਾਂ ਅਲੱਗ ਨੇ। ਸੋ ਅਜਿਹਾ ਵਿੱਚ ਕੋਈ ਰਸਤਾ ਪੰਜਾਬ ਦੀ ਸਰਕਾਰ ਨੂੰ ਜਿਹੜੀ ਚਰਨਜੀਤ ਸਿੰਘ ਚੰਨੀ ਵਾਲੀ ਅਸੀਂ ਕਹਿ ਸਕਦੇ ਕਿ ਲੋਕ ਹਿੱਤਾਂ ਦੀ ਗੱਲ ਕਰ ਰਹੀ ਹੈ, ਉਹਦੇ ਸੰਬੰਧੀ ਜ਼ਰੂਰੀ ਹੈ ਕਿ ਕੋਈ ਅਜਿਹਾ ਰਸਤਾ ਕੱਢਿਆ ਜਾਵੇ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਪੈਟਰੋਲ ਦੀਆਂ ਕੀਮਤਾਂ ਵੱਧਦੀਆਂ ਵੀ ਆ ਤਾਂ ਪੰਜਾਬ ਦੇ ਵਿੱਚ ਫਿਰ ਵੀ ਉਹ ਕੀਮਤ ਜਿਹੜੀ ਆ ਉਨੀ ਜ਼ਿਆਦਾ ਨਾ ਵਧੇ, ਸਥਿਰ ਜਿਹੜੀ ਉਹ ਰਵੇ। ਪੰਜਾਬ ਸਰਕਾਰ ਦਾ ਵੈਟ ਜਿਹੜਾ ਉਹ ਨਾ ਵਧੇ, ਚਾਹੀਦਾ ਤਾਂ ਇਸ ਤਰ੍ਹਾਂ ਆ। ਬਾਕੀ ਇਹਦੇ ਨਾਲ ਹੀ ਨਾਲ ਜਿਹੜੀ ਕੱਲ ਦੀ ਮੀਟਿੰਗ ਆ ਕੈਬਨਿਟ ਮੀਟਿੰਗ, ਇਹ 'ਚ ਇਹ ਵੀ ਸਮਝਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਨਾਲ ਸਾਡੇ ਤੱਕ ਖਬਰ ਪਹੁੰਚੀ ਆ ਕਿ ਪੰਜਾਬ ਸਰਕਾਰ ਇਹਦੇ ਵਿੱਚ ਜਿਹੜੇ ਠੇਕੇ ਦੇ ਆਧਾਰਿਤ ਕਰਮਚਾਰੀ ਨੇ ਉਹਨਾਂ ਨੂੰ ਪੱਕਿਆਂ ਕਰਨ ਦਾ ਸੰਬੰਧੀ ਕੋਈ ਮੂਡ ਬਣਾ ਸਕਦੀ ਹੈ ਔਰ ਇਹਦੇ ਸੰਬੰਧੀ ਕੁਝ ਹੋਰ ਮਹੱਤਵਪੂਰਨ ਫੈਸਲੇ ਜਿਹੜੇ ਆ ਉਹ ਲਈ ਜਾ ਸਕਦੇ ਆ। 8 ਨਵੰਬਰ ਨੂੰ ਹੀ ਜਿਹੜੀ ਹੈਗੀ SIT ਜਿਹੜੀ ਆ ਉਹ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਦੇ ਵਿੱਚ ਪੁੱਛਗਿੱਛ ਕਰਨ ਵਾਸਤੇ ਜਾ ਸਕਦੀ ਹੈ, ਉਹਦੀ ਵੀ ਤਰੀਕ ਜਿਹੜੀ ਮਿੱਥੀ ਗਈ ਆ। ਸੋ ਕੱਲ ਦੀ ਜਿਹੜੀ ਕੈਬਨਿਟ ਮੀਟਿੰਗ ਆ ਔਰ 8 ਨਵੰਬਰ ਦਾ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ, ਇਹਨਾਂ ਦੇ ਕਾਫੀ ਜਿਹੜੇ ਆਪਣੇ ਨਜ਼ਦੀਕੀ ਸੰਬੰਧਾਂ ਨੂੰ ਜੇਕਰ ਜੋੜ ਕੇ ਦੇਖੀਏ ਤਾਂ ਕੱਲ ਦਾ ਦਿਨ ਜਿਹੜਾ ਪੰਜਾਬ ਦੇ ਲੋਕਾਂ ਵਾਸਤੇ ਬੜਾ, ਕੈਬਨਿਟ ਮੀਟਿੰਗ ਪੰਜਾਬ ਦੇ ਲੋਕਾਂ ਵਾਸਤੇ ਬੜੀ ਮਹੱਤਵਪੂਰਨ ਹੋ ਸਕਦੀ ਹੈ। ਬਾਕੀ ਚੰਨੀ ਸਰਕਾਰ ਨੇ ਕੱਲ ਜਿਸ ਤਰ੍ਹਾਂ ਬਸੇਰਾ ਯੋਜਨਾ ਸ਼ੁਰੂ ਕੀਤੀ ਹੈ ਤੇ 269 ਪਰਿਵਾਰਾਂ ਨੂੰ ਜਿਹੜੇ ਬੇਘਰ ਲੋਕ ਸੀ ਉਹਨਾਂ ਨੇ ਜਿਹੜੇ ਦਿੱਤੇ ਨੇ ਆਪਣੇ ਸਰਟੀਫਿਕੇਟ ਦਿੱਤੇ ਨੇ, ਘਰਾਂ ਦੀਆਂ ਰਜਿਸਟਰੀਆਂ ਜਿਹੜੀਆਂ ਪ੍ਰਦਾਨ ਕੀਤੀਆਂ ਨੇ, ਉਹ ਵੀ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਆ। ਦੀਵਾਲੀ ਦੇ ਕੁਝ ਮੌਕਿਆਂ ਦੇ ਸਰਕਾਰ ਦੇ ਇਹਨਾਂ ਚੰਗੇ ਕਦਮਾਂ ਦੀ ਵੀ ਜਿਹੜੀ ਚਰਚਾ ਉਹ ਕਰਨੀ ਬਣਦੀ ਹੈ ਔਰ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ ਆਪਣੇ ਚੈਨਲ ਵੱਲੋਂ। ਬਾਕੀ ਪਰ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਹ ਦੂਰ ਹੋਣੀਆਂ ਚਾਹੀਦੀਆਂ, ਦੂਰ ਅੰਦੇਸ਼ੀ ਪਰ ਦੂਰ ਤੱਕ ਉਸਦੇ ਪ੍ਰਭਾਵ ਜਿਹੜੇ ਆ ਸਾਨੂੰ ਵੇਖਣ ਨੂੰ ਮਿਲਣੇ ਚਾਹੀਦੇ ਆ। ਇਹ ਨਾ ਹੋਵੇ ਕਿ ਕੇਵਲ ਚੋਣਾਂ ਦੇ ਮਾਹੌਲ ਤੱਕ ਹੋ ਜਾਏ। ਬਾਕੀ ਹਰ ਸਰਕਾਰ ਨੇ ਆਪੋ ਆਪਣੇ ਅਨੁਸਾਰ ਚੱਲਣਾ, ਤਾਂ ਇਹ ਲੋਕਾਂ ਨੇ ਵੇਖਣਾ ਕਿ ਕਿਹੜੀ ਸਰਕਾਰ ਜਿਹੜੀ ਆ ਲੋਕ ਹਿੱਤਾਂ ਲੋਕ ਮੁੱਦਿਆਂ ਤੇ ਪੂਰਾ ਉਤਰਦੀ ਜਾਂ ਉਹਨਾਂ ਨੂੰ ਪੂਰਾ ਕੀਤਾ। ਇਹ ਬਾਕੀ ਚੰਨੀ ਸਰਕਾਰ ਆਪਣੇ 1.5 ਮਹੀਨੇ ਦੇ ਕਾਰਜਕਾਲ ਦਾ ਕਿੱਥੋਂ ਤੱਕ ਸਫਲ ਹੋਈ ਜਾਂ ਕਿੱਥੋਂ ਤੱਕ ਅਸਫਲ ਹੋਈ, ਇਹ ਤਾਂ ਹੁਣ ਪੰਜਾਬ ਦੇ ਲੋਕ 2022 ਦੀਆਂ ਚੋਣਾਂ 'ਚ ਫੈਸਲਾ ਕਰਕੇ ਦੱਸਣਗੇ। ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਹਰ ਤਰੀਕੇ ਨਾਲ ਸ਼ੋਸ਼ਣ ਕੀਤਾ, ਉਹ ਇੱਕ ਵਾਰੀ ਲੋਕਾਂ ਦੀ ਚਿਹਰੇ 'ਚ ਸਾਫ਼ ਆ ਚੁੱਕਾ। ਜੀ ਮਾਨ ਸਾਹਿਬ। ਸੋਲੰਕੀ ਸਾਹਿਬ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਇਹਨਾਂ ਅਹਿਮ ਖਬਰਾਂ ਦਾ ਬੜੀ ਅੱਛੀ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ। ਸਥਿਤੀਆਂ ਦੱਸੀ ਨੇ ਪੰਜਾਬ ਦੇ ਵਿੱਚ ਰਾਜਨੀਤੀ ਦੇ ਕਿਸ ਤਰ੍ਹਾਂ ਬਣ ਚੁੱਕੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗੀ ਤੇ ਜੋ ਵੱਡਾ ਬਿਆਨ ਚੰਨੀ ਸਰਕਾਰ ਦੀ ਮੀਟਿੰਗ ਦੇ ਵਿੱਚੋਂ ਆਉਣ ਤੋਂ ਪਹਿਲਾਂ ਹੀ ਇੱਕ ਵੱਡਾ ਬਿਆਨ ਆਇਆ ਪ੍ਰਗਟ ਸਿੰਘ ਵੱਲੋਂ, ਉਸ ਦਾ ਵਿਸ਼ਲੇਸ਼ਣ ਕੀਤਾ ਹੈ। ਸਾਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਹ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਪੰਜਾਬ ਦੀਆਂ ਅਹਿਮ ਖਬਰਾਂ ਦੇ ਨਾਲ ਫਿਰ ਤੋਂ ਹੋਵਾਂਗੇ ਹਾਜ਼ਰ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।